का खालसा, वाहिगुरू जी की फतेह। श्रोमणी गुरुद्वारा प्रबंधक कमेटी ਨੂੰ ਹੋਂਦ ਵਿੱਚ ਆਇਆ 100 ਸਾਲ ਪੂਰੇ ਹੋ ਚੁੱਕੇ ਹਨ। 15 ਨਵੰਬਰ 1920 ਨੂੰ ਸਿੱਖ ਪੰਥ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਇਕੱਤਰ ਹੋ ਕੇ ਮਰਜੀਵੜੇ ਗੁਰਸਿੱਖਾਂ ਨੂੰ ਲੈ ਕੇ ਇਹ ਸੰਸਥਾ ਬਣਾਈ, ਜਿਸ ਦਾ ਮੰਤਵ ਮਨਮਤੀਏ ਦੁਰਾਚਾਰੀ ਮਹੰਤਾਂ ਤੋਂ ਗੁਰਦੁਆਰਿਆਂ ਨੂੰ ਆਜ਼ਾਦ ਕਰਾ ਕੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਕਰਨਾ ਸੀ। ਦਰਅਸਲ ਇਸ ਸੰਸਥਾ ਦੀ ਨੀਂਹ 12 ਅਕਤੂਬਰ 1920 ਨੂੰ ਉਸੇ ਵਕਤ ਹੀ ਪੈ ਗਈ ਸੀ ਜਦ ਸ਼੍ਰੀ ਦਰਬਾਰ ਸਾਹਿਬ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਮਹੰਤਾਂ ਦੀ ਇੱਛਾ ਦੇ ਉਲਟ ਗੁਰਦੁਆਰਾ ਸੁਧਾਰ ਲਹਿਰ ਦੇ ਆਗੂਆਂ ਨੇ ਦਲਿਤ ਵਰਗ ਤੋਂ ਸਿੰਘ ਸਜੇ ਜੱਥੇ ਦੀ ਦੇਗ ਪ੍ਰਵਾਨ ਕਰਵਾਈ ਅਤੇ ਅਰਦਾਸ ਕੀਤੀ। ਇਸੇ ਘਟਨਾ ਦੇ ਸਮੇਂ ਹੀ ਮਹੰਤ ਉੱਥੋਂ ਚਲੇ ਗਏ ਸੀ ਅਤੇ ਸ਼੍ਰੀ ਦਰਬਾਰ ਸਾਹਿਬ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦਾ ਪ੍ਰਬੰਧ ਸਿੱਖਾਂ ਦੇ ਹੱਥ ਆ ਗਿਆ ਸੀ। ਇਸ ਦਾ ਜ਼ਿਕਰ ਅਸੀਂ ਪਹਿਲਾਂ ਇੱਕ ਵੀਡੀਓ ਵਿੱਚ ਕਰ ਚੁੱਕੇ ਹਾਂ, ਜਿਸ ਦਾ ਕਿ ਲਿੰਕ ਹੇਠਾਂ ਦਿੱਤਾ ਹੋਇਆ ਹੈ। ਖੈਰ, ਇਸ ਘਟਨਾ ਦੇ ਮਹੀਨੇ ਬਾਅਦ ਬਾਕਾਇਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾ ਕੇ ਬਾਕੀ ਗੁਰਦੁਆਰਿਆਂ ਦਾ ਪ੍ਰਬੰਧ ਪੰਥ ਨੇ ਆਪਣੇ ਹੱਥ ਲੈਣ ਦਾ ਬੀੜਾ ਉਠਾ ਲਿਆ। ਇਸ ਦੇ ਬਾਅਦ ਨਨਕਾਣਾ ਸਾਹਿਬ ਦਾ ਮੋਰਚਾ, ਚਾਵੀਆਂ ਦਾ ਮੋਰਚਾ, ਗੁਰੂ ਕਾ ਬਾਗ ਮੋਰਚਾ, ਜੈਤੋਂ ਦਾ ਮੋਰਚਾ ਤੋਂ ਲੈ ਕੇ SGPC ਦਾ ਗੈਰ ਕਾਨੂੰਨੀ ਐਲਾਨਿਆ ਜਾਣਾ ਵਰਗੇ ਲੰਮੇ ਸੰਘਰਸ਼ ਅਤੇ ਕੁਰਬਾਨੀਆਂ ਦੇ ਬਾਅਦ ਸਿੱਖ ਗੁਰਦੁਆਰਾ ਐਕਟ 1925 ਬਣਦਾ ਹੈ। ਇਹ ਸੰਸਥਾ ਉਦਾਸੀ ਮਹੰਤਾਂ ਅਤੇ ਅੰਗਰੇਜ਼ਾਂ ਦੇ ਖਿਲਾਫ ਇੱਕ ਲਾਸਾਨੀ ਫਤਿਹ ਸਾਬਤ ਹੋਈ। ਗਾਂਧੀ ਨਹਿਰੂ ਨੇ ਵੀ ਇਸ ਨੂੰ ਆਜ਼ਾਦੀ ਦੀ ਜੰਗ ਦਾ ਪਹਿਲਾ ਮੀਲ ਪੱਥਰ ਕਹਿ ਕੇ ਸਿੱਖ ਸ਼ਕਤੀ ਨੂੰ ਆਜ਼ਾਦੀ ਘੋਲ ਦੇ ਪੱਖ ਵਿੱਚ ਹਾਈਜੈਕ ਕਰ ਲਿਆ। ਬੇਸ਼ੱਕ 20ਵੀਂ ਸਦੀ ਵਿੱਚ ਇਸ ਸੰਸਥਾ ਨੇ ਸਿੱਖ ਧਰਮ ਅਤੇ ਸਿੱਖ ਸਿਆਸਤ ਨੂੰ ਖਾਸਾ ਪ੍ਰਭਾਵਿਤ ਕੀਤਾ। ਅੱਜ ਜਦ ਸਿੱਖ ਕੌਮ ਇਸ ਦੀ ਸਥਾਪਨਾ ਦੇ 100 ਸਾਲ ਮਨਾ ਰਹੀ ਹੈ, ਤਾਂ ਜਿੱਥੇ ਇਸ ਦੀ ਹੋਂਦ ਵਿੱਚ ਆਉਣ ਦੇ ਕਾਰਨ, ਇਸ ਦੇ ਇਤਿਹਾਸ, ਇਸ ਦੀ ਮਹੱਤਤਾ ਦਾ ਜ਼ਿਕਰ ਕੀਤਾ ਜਾ ਰਿਹਾ ਹੈ, ਉੱਥੇ ਹੀ ਇਹ ਨਜ਼ਰਸਾਨੀ ਕਰਨੀ ਵੀ ਜ਼ਰੂਰੀ ਬਣਦੀ ਹੈ ਕਿ ਬੀਤੇ 100 ਸਾਲਾਂ ਦੇ ਵਿੱਚ SGPC ਦੀ ਕਾਰਗੁਜ਼ਾਰੀ ਕਿਸ ਤਰ੍ਹਾਂ ਰਹੀ। ਕੀ ਇਹ ਸੰਸਥਾ ਮਿੱਥੇ ਹੋਏ ਨਿਸ਼ਾਨੇ ਨੂੰ ਪੂਰਾ ਕਰ ਸਕੀ ਹੈ? ਕੀ ਇਹ ਸਹੀ ਮਾਇਨਿਆਂ ਵਿੱਚ ਸਿੱਖ ਭਾਵਨਾਵਾਂ ਦੀ ਤਰਜਮਾਨੀ ਕਰ ਸਕੀ ਹੈ? ਸਿੱਖ ਸਮਾਜ ਨੂੰ ਸਹੀ ਸੇਧ ਦੇ ਸਕੀ ਹੈ? ਸਿੱਖ ਪੰਥ ਦੀ ਯੋਗ ਰਹਿਨੁਮਾਈ ਕਰ ਸਕੀ ਹੈ? ਨਾਲ ਹੀ ਸਵਾਲ ਇਹ ਵੀ ਹੈ ਕਿ 100 ਸਾਲ ਪਹਿਲਾਂ ਅੰਗਰੇਜ਼ਾਂ ਦੇ ਰਾਜ ਵਿੱਚ ਬਣੀ ਸੰਸਥਾ ਅੱਜ ਦੇ ਹਿੰਦੂ ਰਾਜ ਕਾਲ ਦੇ ਤਹਿਤ ਵੀ ਕੀ ਉਨੀ ਹੀ ਸਾਰਥਕ ਹੈ? ਸਰਕਾਰੀ ਕਾਨੂੰਨਾਂ ਦੇ ਤਹਿਤ ਚੱਲਣ ਵਾਲੀ ਸੰਸਥਾ ਕਿੰਨੀ ਕੁ ਪੰਥਕ ਰਹਿ ਗਈ ਹੈ? ਕੀ ਇਹ ਸਮੁੱਚੇ ਸੰਸਾਰ ਦੇ ਸਿੱਖਾਂ ਦਾ ਪ੍ਰਤੀਨਿਧਿਤਵ ਕਰਦੀ ਹੈ? ਅਫਸੋਸ ਦੀ ਗੱਲ ਹੈ ਕਿ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਨਿਰਾਸ਼ਾਜਨਕ ਹਨ। ਕਈ ਪ੍ਰਾਪਤੀਆਂ ਦੇ ਬਾਵਜੂਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾ ਸਿਰਫ ਬਤੌਰ ਸਿੱਖ ਸੰਸਥਾ ਪੂਰੀ ਤਰ੍ਹਾਂ ਫੇਲ ਹੋਈ ਹੈ, ਬਲਕਿ ਸਿੱਖ ਅਕਸ ਅਤੇ ਆਦਰਸ਼ਾਂ ਦੇ ਨਿਘਾਰ ਦਾ ਕਾਰਨ ਵੀ ਬਣੀ ਹੈ। ਸਿੱਖਾਂ ਦਾ ਭਰੋਸਾ ਵੀ ਗਵਾਉਂਦੀ ਜਾ ਰਹੀ ਹੈ। ਲਿਫਾਫਿਆਂ ਚੋਂ ਨਿਕਲਦੇ ਅਹੁਦੇਦਾਰ ਅਤੇ ਜਥੇਦਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਨੂੰ ਵੀ ਚੋਰੀ ਵੇਚਣ ਅਤੇ ਉਸ ਤੇ ਪਰਦੇ ਪਾਉਣ ਦੀ ਬੇਸ਼ਰਮ ਢੀਠਤਾਈ ਦੱਸਦੀ ਹੈ ਕਿ ਗੰਦਗੀ ਦਾ ਦਲਦਲ ਕਿੰਨਾ ਗਹਿਰਾ ਹੈ। ਆਖਰ ਕਮੀ ਕਿੱਥੇ ਹੈ? ਕੀ ਕਾਰਨ ਹਨ ਇਸ ਦੇ ਪਤਨ ਦੇ? ਕਿਸ ਤਰ੍ਹਾਂ ਦੇ ਸੁਧਾਰਾਂ ਦੀ ਲੋੜ ਹੈ? ਆਓ ਮਾਰਦੇ ਹਾਂ ਇੱਕ ਨਜ਼ਰ। ਸੰਸਥਾ ਕਿੰਨੀ ਹੀ ਚੰਗੀ ਕਿਉਂ ਨਾ ਹੋਵੇ, ਜੇ ਪਰਿਸਥਿਤੀ ਅਤੇ ਲੋੜ ਅਨੁਸਾਰ ਬਦਲਾਅ ਨਾ ਕੀਤੇ ਜਾਣ ਤਾਂ ਨਿਖਾਰ ਲਾਜ਼ਮੀ ਹੈ। ਫਿਰ ਜੇ ਕਾਰਨ ਸੰਸਥਾ ਦੀ ਬਣਤਰ ਦੇ ਵਿੱਚ ਹੀ ਸਮਾਏ ਹੋਣ ਅਤੇ ਉਸ ਨੂੰ ਸੁਧਾਰਿਆ ਨਾ ਗਿਆ ਤਾਂ ਨੁਕਸਾਨ ਵੱਧਦਾ ਹੀ ਜਾਵੇਗਾ। ਗੱਲ ਸ਼ੁਰੂ ਸਿੱਖਾਂ ਦੀ ਨੁਮਾਇੰਦਗੀ ਤੋਂ ਹੀ ਕਰਦੇ ਹਾਂ। ਸਮੁੱਚੇ ਸੰਸਾਰ ਵਿੱਚ 3 ਕਰੋੜ ਤੇ ਤਕਰੀਬਨ ਸਿੱਖ ਆਬਾਦੀ ਹੈ, ਜਿਸ ਵਿੱਚੋਂ 25% ਪੰਜਾਬ ਤੋਂ ਬਾਹਰ ਹਿੰਦੁਸਤਾਨ ਦੇ ਹੋਰ ਸੂਬਿਆਂ ਵਿੱਚ ਰਹਿੰਦੇ ਹਨ। 10% ਤੋਂ ਵੱਧ ਹਿੰਦੁਸਤਾਨ ਤੋਂ ਬਾਹਰ ਹੋਰ ਮੁਲਕਾਂ ਵਿੱਚ ਵਸੇ ਹੋਏ ਹਨ। ਜਦਕਿ ਇਸ ਸੰਸਥਾ ਨੂੰ ਚੁਣਨ ਵਿੱਚ ਸਿਰਫ ਪੰਜਾਬ ਜਾਂ ਚੰਡੀਗੜ੍ਹ, ਹਰਿਆਣਾ ਅਤੇ ਹਿਮਾਚਲ ਦੇ ਹੀ ਸਿੱਖ ਭਾਗ ਲੈ ਸਕਦੇ ਹਨ। ਇਸ ਤਰ੍ਹਾਂ ਇਹ ਸਮੁੱਚੇ ਸਿੱਖਾਂ ਦੀ ਤਰਜਮਾਨੀ ਕਰਨ ਵਾਲੀ ਸ਼੍ਰੋਮਣੀ ਸੰਸਥਾ ਨਹੀਂ। ਇਸੇ ਲਈ ਸਵਾਲ ਖੜਾ ਹੁੰਦਾ ਹੈ, ਜੋ ਕਮੇਟੀ ਸਮੁੱਚੇ ਸੰਸਾਰ ਦੇ ਸਿੱਖਾਂ ਦੀ ਨੁਮਾਇੰਦਗੀ ਨਹੀਂ ਕਰਦੀ, ਉਸ ਕਮੇਟੀ ਵੱਲੋਂ ਨਿਯੁਕਤ ਕੀਤਾ ਸ਼੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਸਮੁੱਚੇ ਸਿੱਖਾਂ ਦੀ ਰਹਿਨੁਮਾਈ ਕਿਵੇਂ ਕਰੇਗਾ? ਖਾਸ ਤੌਰ ਤੇ
जद श्री अकाल तख्त साहिब का जत्थेदार कमेटी ते काबज़ धिर दा मुलाजम हो। तीजा, वोटां पा के चुनी हुई कमेटी धार्मिक नहीं रह सकती, सियासी खिच धू का केंद्र बन जाती है। श्रोमणी गुरुद्वारा प्रबंधक कमेटी का अज पूरी तरह से सियासीकरण हो चुका है। लगातार एक ही सियासी पार्टी के कब्जे अधीन रहने करके यह उपर तो थले तक भ्रष्टाचार नाल भर गई। कमजोर विरोधी धिर ने काबज़ धिर की मनमर्जियां नूं होर भी वधाया है, संस्था की पारदर्शिता नूं घटाया है। चौथा, कमेटी दीयां चोणां कराउण दा हक केंद्र सरकार पास है। आज़ादी तो पहला जो चोणां समय सिर होंदियां रहियां, भारत की आज़ादी के बाद वही चोणां कदे भी समय सिर नहीं करवाईयां गईयां, जो हर 5 साल बाद होनियां चाहिदियां सन। पर 17 साल बगैर इलैक्शन दे कमेटी नूं चला के काबज़ पार्टियां नूं मनमर्जी करन अते भ्रष्टाचार नूं फलन फुलन की खुल दी जाती। सियासी पार्टियां की शमूलीयत करके इस दियां चोणां विच धार्मिक कमेटी दियां चोणां वाली कोई मर्यादा कायम नहीं रखी जा सकती। चोणां दे ऐलान तो लैके वोटां बनाउण, टिकटां वंडण, चोण प्रचार अते बूथ कैप्चरिंग तक ताकत, पैसे, शराब का खुला खेल उसे तरह चलता है जिस तरह MP MLA वालियां इलैक्शनां भी हुंदा है। इसे करके हलीमी अते सच्चे सुच्चे किरदार वाले गुरमत नाल परनाए मैंबर घटते जा रहे हैं। अपराधी, बद इखलाकी, लोभी अते हौमे भरे मैंबरां की गिनती बढ़ती जा रही। इसे ही करके कमेटी विच विरोधी धिर भी कमजोर होंदी जा रही। कमजोर विरोधी धिर का सीधा मतलब कमेटी के कामकाज की नज़र रखने वाला कोई नहीं। कहण नूं तां कमेटी विच सरकार का दखल नहीं है, पर मन मर्जी नाल चोणां नूं टरकाई जाना, अपनी सुविधा नूं ध्यान विच रख के कराउणा दखल ही तां है। अंदाज बदल गया है, दखल नहीं। सियासी पार्टी होवे जां हाकम जमात, वो ये ख्याल रखेगी ही कि वही लोग कमेटी विच जाण जो उसका पक्ष पूरन। इसलिए यह कहना कि कमेटी सरकारी दखल अंदाजी तो मुक्त है, खुद नूं धोखा देना है। इतिहास गवाह है कि काबज़ सियासी पार्टी किस तरह संस्था नूं अपने सियासी हितां लई वरतदी आई। कमेटी का प्रधान भी पार्टी प्रधान के रहमो करम ते हुंदा है। लिफाफियां तो प्रधान अते अहुदेदार चुने जाते। इस तरह संस्था दीयां चोणां समय सिर कराउण दे फैसले का हक सिखां पास नहीं है। सिखां दे हक यह भी नहीं है कि सिर्फ गुरमत के परनाए हुए नुमाइंदे ही मैदान विच उतारे जाण, चोणां विच गैर इखलाकी तरीके ना वरते जाण। ये सारे फैसले का हक हाकम जमात अते उसकी भाईवाल सियासी पार्टियां पास हैं, जो इसकी पूरी दुरवरतों करते हैं। सत्ताखोर सियासी लोग पंथक हितां नालों अपने सियासी हितां नूं ही तरजीह देणगे। इस तरह श्रोमणी गुरुद्वारा प्रबंधक कमेटी सिखां दी घट, सरकार अते सियासतदानां दी ज़्यादा है। इसलिए सब तो पहली जरूरत ही इस धार्मिक संस्था नूं सियासी पार्टियां दे गलबे तो मुक्त करन दी, केंद्र सरकार की जकड़ तो आज़ाद कराउण दी लोड़ है। मौजूदा चोण प्रबंध नूं हटा के सिੱਖੀ रवायतां अनुसार सरबत खालसा प्रबंध मुड़ सुरजीत करन दी लोड़ है। सरबत खालसा विच सियासी अते होर वखरेवियां तो उपर उठ के सारियां ही सिख जथेबंदियां दी नुमाइंदगी यकीनी बनाई जाए। श्री अकाल तख्त साहिब समेत सारे तख्त साहिबानां नूं श्रोमणी कमेटी समेत रीजनल संस्थावां दे दायरे चों बाहर कढ़िया जाए। इन्हां तख्तां दे जथेदारां दी चोण पंथ वालों सरबत खालसे राही की जाए। चंडीगढ़ विच केंद्रीय श्री गुरु सिंह सभा वालों करवाए गए सिख विद्वानां दे मंथन विच एक आम राय यह उभर के आई कि पंजाब विच भी हरियाणा अते दिल्ली वांगू पंजाब एक्ट लागू करवा के केंद्र की दखल अंदाजी नूं खत्म किया जा सकता है अते घटो घट समय सिर चोणां तां करवाईयां ही जा सकदियां हन अते होर कई खामियां नूं दूर किया जा सकता है। खैर, जब तक यह उद्देश्य पूरा नहीं होता तब तक मौजूदा एक्ट नूं ही ईमानदारी नाल लागू करवाउण दीयां कोशिशां कीतियां जाण।
ਸਿਆਸੀ ਪਾਰਟੀਆਂ ਨੂੰ ਮਜਬੂਰ ਕੀਤਾ ਜਾਵੇ ਕਿ ਉਹ ਸਿਰਫ ਗੁਰਮਤ ਨੂੰ ਸਮਰਪਿਤ ਨੁਮਾਇੰਦੇ ਹੀ ਮੈਦਾਨ ਵਿੱਚ ਉਤਾਰਨ, ਜਿਸ ਦੇ ਲਈ ਪੰਥਕ ਸਕਰੀਨਿੰਗ ਕਮੇਟੀ ਉਮੀਦਵਾਰਾਂ ਦੀ ਸ਼ਨਾਖਤ ਕਰੇ। ਚੋਣ ਨਿਗਰਾਨ ਦਸਤੇ ਬਣਾ ਕੇ ਨੁਮਾਇੰਦਿਆਂ ਵੱਲੋਂ ਚੋਣਾਂ ਦੌਰਾਨ ਵਰਤੇ ਜਾਣ ਵਾਲੇ ਢੰਗ ਤਰੀਕੇ ਤੇ ਕੜੀ ਨਿਗਾਹ ਰੱਖੀ ਜਾਵੇ। ਵੋਟਰਾਂ ਨੂੰ ਜਾਗਰੂਕ ਕੀਤਾ ਜਾਵੇ ਕਿ ਉਹ ਪਾਰਟੀ ਨੂੰ ਮੁੱਖ ਰੱਖ ਕੇ ਨਹੀਂ ਬਲਕਿ ਪੰਥ ਨੂੰ ਮੋਹਰੇ ਰੱਖ ਕੇ ਹੀ ਵੋਟਾਂ ਪਾਉਣ। ਮਜ਼ਬੂਤ ਵਿਰੋਧੀ ਧਿਰ ਵਾਲੀ ਕਮੇਟੀ ਬਣੇ ਤਾਂ ਜੋ ਕਮੇਟੀ ਦੇ ਅੰਦਰੂਨੀ ਕੰਮਕਾਜ ਵਿੱਚ ਚੈੱਕ ਅਤੇ ਬੈਲੈਂਸਿਸ ਨੂੰ ਵਧਾਇਆ ਜਾ ਸਕੇ। ਕੰਮਕਾਜ ਦੇ ਨਿਯਮਾਂ, ਰੂਲਸ ਅਤੇ ਰੈਗੂਲੇਸ਼ਨਸ ਦੀ ਸਖਤੀ ਨਾਲ ਪਾਲਣਾ ਹੋਵੇ। ਕਮੇਟੀ ਦੇ ਸਾਲਾਨਾ ਬਜਟ ਨੂੰ ਪੂਰੀ ਤਰ੍ਹਾਂ ਤੇ ਪਾਰਦਰਸ਼ੀ ਬਣਾਇਆ ਜਾਵੇ। ਖੁੱਲੀ ਬਹਿਸ ਦੇ ਬਾਅਦ ਹੀ ਬਜਟ ਪਾਸ ਹੋਵੇ। ਤੀਸਰੀ ਧਿਰ ਆਡਿਟ ਦੀ ਵਿਵਸਥਾ ਹੋਵੇ, ਜਿਸ ਨੂੰ ਸਾਰਜਨਕ ਵੀ ਕੀਤਾ ਜਾਵੇ। ਗੁਰਦੁਆਰਿਆਂ ਦਾ ਪ੍ਰਬੰਧ ਸਿਰਫ ਪ੍ਰਸ਼ਾਸਨਕ ਮਸਲਾ ਨਹੀਂ ਹੈ, ਗੁਰਸਿੱਖੀ ਸਿਧਾਂਤਾਂ ਅਤੇ ਸੰਵੇਦਨਾਵਾਂ ਦਾ ਗਾਡੀ ਰਾਹ ਵੀ ਹੈ। ਇਸੇ ਆਸ਼ੇ ਤੇ ਪੱਕੇ ਪੈਰੀ ਪਹਿਰਾ ਦੇ ਕੇ ਹੀ ਕਮੇਟੀ ਦੀ ਸਾਰਥਕਤਾ ਵਧੇਗੀ, ਪੰਥਕ ਹਿੱਤ ਮਹਿਫੂਜ਼ ਰਹਿ ਸਕਣਗੇ, ਸ੍ਰੀ ਅਕਾਲ ਤਖਤ ਸਾਹਿਬ ਦੀ ਖੁਦ ਮੁਖਤਿਆਰੀ ਕਾਇਮ ਰਹੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।